ਉੱਥੇ ਡਾਕਟਰਾਂ ਨੇ ਜੋ ਇਲਾਜ ਸ਼ੁਰੂ ਕੀਤਾ 15 ਦਿਨ ਦੇ ਵਿੱਚ ਸਾਡਾ ਜੋ ਬਿੱਲ ਬਣਿਆ ਸੀ 2,75,000 ਰੁਪਏ ਦਾ ਉੱਥੇ। ਔਰ 15 ਦਿਨ ਬਾਅਦ ਜਦੋਂ ਮੈਂ ਉਹਨਾਂ ਨੂੰ ਪੁੱਛ ਰਿਹਾ ਕਿ ਇਹਨਾਂ ਨੂੰ ਹੋਇਆ ਕਿ ਮੈਨੂੰ ਦੱਸ ਦਿਓ ਘੱਟ ਤੋਂ ਘੱਟ, ਉਹਨਾਂ ਨੇ ਕਿਹਾ ਜੀ ਬ੍ਰੇਨ ਹੈਮਰੇਜ ਹੈ ਇਹਨਾਂ ਨੂੰ। ਔਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਘੱਟ ਤੋਂ ਘੱਟ ਦੀਆਂ 1.5 ਮਹੀਨੇ ਦੇ ਵਿੱਚ ਉਹਨਾਂ ਨੇ ਉੱਥੇ ਰੱਖਿਆ, ਪਰ ਇਹਨਾਂ ਦੀ ਵਾਰੀ ਹੋਈ ਨਹੀਂ ਉੱਥੇ ਗੋਲਡ ਮੈਡਲ ਕੱਢਣ ਦੀ। ਉਹਨਾਂ ਦੇਖਣ ਤੋਂ ਬਗੈਰ ਜਦੋਂ ਕਾਗਜ਼ ਤੇ ਪੜ੍ਹਿਆ ਉੱਪਰ ਉਸੇ ਟਾਈਮ ਹੀ ਮੇਰੇ ਸਾਰੇ ਰਿਪੋਰਟਾਂ ਨੇ ਚੱਕ ਕੇ ਬਾਹਰ ਸੁੱਟ ਦਿੱਤੀਆਂ। ਜਿੱਥੇ ਮੈਂ ਗਿਆ ਸੀ ਉੱਥੇ ਹੀ ਟੈਸਟ ਕਰਾ ਕੇ ਆਇਆ। ਉਹ ਦਿਨ ਸਰ ਯਾਦ ਰਹੇਗਾ ਮੈਨੂੰ। ਪੰਚਕੂਲਾ ਦੇ ਵਿੱਚ ਬਹੁਤ ਵੱਡਾ ਬਿਜ਼ਨਸ ਹੈ ਮੇਰਾ, ਮਗਰ ਮੈਨੂੰ ਪਤਾ ਹੈ ਕਿ ਮੇਰੀ ਵਾਈਫ ਹੈ। 3.5 ਸਾਲ ਤੋਂ ਮੇਰਾ ਸਾਰਾ ਬਿਜ਼ਨਸ ਸਫਰ। ਮੇਰਾ ਨਾਮ ਜਸਪਾਲ ਸਿੰਘ ਜੱਸੀ ਹੈ ਜੀ, ਔਰ ਮੇਰੀ ਇਹ ਵਾਈਫ ਨੇ ਹਰਜੀਤ ਕੌਰ ਜੀ। ਅੱਜ ਤੋਂ 3.5 ਸਾਲ ਪਹਿਲਾਂ ਇਹ ਸੋਏ ਇਹਨਾਂ ਨੂੰ ਵੀ ਨਹੀਂ ਪਤਾ ਲੱਗਿਆ, ਔਰ ਮੈਂ ਵੀ ਬੈੱਡ ਦੇ ਉੱਤੇ ਸੀ, ਮੈਨੂੰ ਵੀ ਨਹੀਂ ਪਤਾ ਲੱਗਿਆ ਕਿ ਇਹਨਾਂ ਨੂੰ ਹੋਇਆ ਕੀ ਹੈ। ਜਦੋਂ ਇਹ ਸਵੇਰੇ ਉੱਠੇ ਨੇ ਤਾਂ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਪੂਰਾ ਘਰ ਘੁੰਮਣ ਲੱਗ ਗਿਆ ਇੱਥੋਂ ਜੀ, ਔਰ ਮੈਨੂੰ ਡਬਲ ਵਿਜ਼ਨ ਸ਼ੁਰੂ ਹੋ ਗਿਆ ਦਿਖਣ ਵਾਸਤੇ। ਔਰ ਜਦੋਂ ਅਸੀਂ ਡਾਕਟਰਾਂ ਨਾਲ ਕਾਲ ਕੀਤੀ ਹੈ, ਡਾਕਟਰਾਂ ਕੋਲ ਗਏ ਹਾਂ ਅਸੀਂ ਉਹਨਾਂ ਨੂੰ। ਔਰ ਸਭ ਤੋਂ ਪਹਿਲਾਂ ਸਾਡਾ ਹਸਪੀਟਲ ਸੀ IVU ਹੈ ਮੋਹਾਲੀ ਦੇ ਵਿੱਚ। ਉਹਨਾਂ ਦੇ ਕੋਲ ਜਦੋਂ ਅਸੀਂ ਗਏ ਹਾਂ ਉੱਥੇ, ਉਹਨਾਂ ਨੇ ਜਦੋਂ ਮੈਂ ਲੈ ਕੇ ਗਿਆ ਇਹਨਾਂ ਨੂੰ ਤੇ ਬਿਲਕੁਲ ਸਿਰਫ ਇੱਕੋ ਸਾਨੂੰ ਕੰਪਲੇਂਟ ਸੀ ਕਿ ਇਹਨਾਂ ਨੂੰ ਡਬਲ ਵਿਜ਼ਨ ਨਜ਼ਰ ਆ ਰਿਹਾ ਸੀ ਇਹਨਾਂ ਨੂੰ। ਜਦੋਂ ਅਸੀਂ ਉਹਨਾਂ ਦੇ ਕੋਲ ਗਏ ਹਾਂ ਉੱਥੇ ਡਾਕਟਰਾਂ ਨੇ ਜੋ ਇਲਾਜ ਸ਼ੁਰੂ ਕੀਤਾ 15 ਦਿਨ ਦੇ ਵਿੱਚ ਸਾਡਾ ਜੋ ਬਿੱਲ ਬਣਿਆ ਸੀ 2,75,000 ਰੁਪਏ ਦਾ ਉੱਥੇ। ਔਰ 15 ਦਿਨ ਬਾਅਦ ਜਦੋਂ ਮੈਂ ਉਹਨਾਂ ਨੂੰ ਪੁੱਛ ਰਿਹਾ ਕਿ ਇਹਨਾਂ ਨੂੰ ਹੋਇਆ ਕਿ ਮੈਨੂੰ ਦੱਸ ਦਿਓ ਘੱਟ ਤੋਂ ਘੱਟ, ਉਹਨਾਂ ਨੇ ਕਿਹਾ ਜੀ ਬ੍ਰੇਨ ਹੈਮਰੇਜ ਹੈ ਇਹਨਾਂ ਨੂੰ। ਜਦੋਂ ਮੈਂ ਸੈਕਿੰਡ ਡਾਕਟਰ ਨੂੰ ਦਿਖਾਇਆ ਤੇ ਉਹਨਾਂ ਨੇ ਸਾਨੂੰ ਕਹਿ ਦਿੱਤਾ ਹੈਗਾ ਕਿ ਇਹਦੇ ਪੱਥਰੀ ਹੈਗੀ ਹੈ, ਯੂਟਰਸ ਜਿਹੜਾ ਇਹਦਾ ਮੂਵ ਹੋਏਗਾ। ਉਹ ਘਰਾਤਾ ਉਸੇ ਟਾਈਮ, ਨਾਲ ਦੀ ਨਾਲ ਦੂਜਾ ਸਾਈਡ ਇਫੈਕਟ ਸ਼ੁਰੂ ਹੋ ਗਿਆ ਇਹਨਾਂ ਦਾ। ਜਦੋਂ ਮੈਂ PGI ਲੈ ਕੇ ਗਿਆ ਇਹਨਾਂ ਨੂੰ ਉੱਥੇ, ਉਸ ਤੋਂ ਬਾਅਦ ਉਹਨਾਂ ਨੇ ਘੱਟ ਤੋਂ ਘੱਟ ਹੀ ਮੇਰੇ ਕੋਲੋਂ 40 ਜਗ੍ਹਾ ਤੇ ਸਾਈਨ ਕਰਾਏ ਨੇ ਕਿ ਅਸੀਂ ਇਹਨਾਂ ਦਾ ਗੋਲਡ ਮੈਡਲ ਕੱਢਣ ਲੱਗੇ ਹਾਂ, ਇਹਨਾਂ ਦੀ ਆਵਾਜ਼ ਚਲੀ ਜਾਏਗੀ, ਜ਼ਿੰਮੇਵਾਰ ਤੁਸੀਂ ਹੋਵੋਗੇ। ਔਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਘੱਟ ਤੋਂ ਘੱਟ ਦੀਆਂ 1.5 ਮਹੀਨੇ ਦੇ ਵਿੱਚ ਉਹਨਾਂ ਨੇ ਉੱਥੇ ਰੱਖਿਆ, ਪਰ ਇਹਨਾਂ ਦੀ ਵਾਰੀ ਹੋਈ ਨਹੀਂ ਉੱਥੇ ਗੋਲਡ ਮੈਡਲ ਕੱਢਣ ਦੀ। ਪ੍ਰਾਈਵੇਟ ਹਸਪੀਟਲ ਹਰਮਨੀ ਹਸਪੀਟਲ ਮੋਹਾਲੀ ਦੇ ਵਿੱਚ, ਉੱਥੋਂ ਅਸੀਂ ਪ੍ਰਾਈਵੇਟ ਇੰਕੁਆਇਰ ਲੈ ਕੇ ਉਹਨੂੰ ਜਦੋਂ ਉੱਥੇ ਲੈਬ ਉਹਨਾਂ ਨੇ ਕੱਢਿਆ, ਉਸ ਤੋਂ ਬਾਅਦ ਇਹ ਆਵਾਜ਼ ਚਲੀ ਕਿ ਨਾਲ ਦੀ ਨਾਲ ਹੀ 2-3 ਦਿਨ ਬਾਅਦ। ਉਸ ਤੋਂ ਬਾਅਦ ਮੈਂ ਹਰੇਕ ਡਾਕਟਰ ਨੂੰ ਇਹ ਪੁੱਛ ਰਿਹਾ ਕਿ ਇਹ ਬਿਮਾਰੀ ਹੈ ਕਿ ਇਹ ਬ੍ਰੇਨ ਹੈਮਰੇਜ ਕੀ ਹੁੰਦਾ, ਥੋੜਾ ਮੈਨੂੰ ਡਿਟੇਲ ਕਰੋ। ਉਹਨਾਂ ਨੇ ਉਸ ਤੋਂ ਬਾਅਦ ਜਦੋਂ ਮੈਨੂੰ ਕੁਝ ਨਜ਼ਰ ਨਹੀਂ ਆਇਆ ਤੇ ਮੈਨੂੰ ਪਤਾ ਲੱਗਿਆ ਵੀ ਚੰਡੀਗੜ੍ਹ ਦੇ ਵਿੱਚ ਸਭ ਤੋਂ ਵੱਡਾ ਹਸਪੀਟਲ ਹੈ ਫੋਰਟੀ ਹਸਪੀਟਲ, ਜਿਹਦੇ ਵੀ ਡਾਕਟਰ ਮਾਨ ਨੇ। ਡਾਕਟਰ ਮਾਨ ਜੀ ਨੇ, ਮੈਂ ਉਹ ਤੁਹਾਨੂੰ ਸ਼ੇਅਰ ਕਰ ਰਿਹਾ, ਇਹਨੂੰ ਤੁਸੀਂ ਕੱਲ ਪਲੀਜ਼, ਜਿਹੜਾ ਮੈਂ ਆਪਣੇ ਦਿਲ ਦੀ ਆਵਾਜ਼ ਰੋ ਰਿਹਾ ਅੰਦਰੋਂ ਦੀ, ਅੱਜ ਮੈਨੂੰ ਮੌਕਾ ਮਿਲਿਆ ਤੁਹਾਡੇ ਨਾਲ ਗੱਲ ਕਰਨ ਦਾ। ਉਹਨਾਂ ਨੇ ਮੈਨੂੰ ਟੈਸਟ ਲਿਖਿਆ ਸੀ, ਉਹਨਾਂ ਨੇ ਵੀ ਟੈਸਟ ਬਾਹਰੋਂ ਕਰਾ ਕੇ ਲਿਆਓ। ਚੰਡੀਗੜ੍ਹ ਦੇ ਵਿੱਚ ਕੁਝ ਐਸੀਆਂ ਚੈਰੀਟੇਬਲ ਹੈਗੀਆਂ ਨੇ ਜਿੱਥੇ ਅਸੀਂ ਇਹਨਾਂ ਦਾ ਟੈਸਟ NRCT ਸਕਰੀਨ ਉਹ ਸਾਰਾ ਕੁਝ ਕਰਾਇਆ ਸੀ ਉੱਥੇ। ਔਰ ਯਕੀਨ ਕਰੋ ਕਿ ਤੁਸੀਂ ਉਹਦੇ ਉੱਤੇ ਲਿਖਿਆ ਸੀ, ਸਿਰਫ ਜਦੋਂ ਅਸੀਂ ਪੇਮੈਂਟ ਦਿੱਤੀ ਉਹਨੇ ਸਾਨੂੰ ਰਿਸੀਵ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ। ਜਦੋਂ ਉਹਨਾਂ ਨੇ ਰਿਪੋਰਟ ਦੇਖੀ 40 ਵਾਲਿਆਂ ਨੇ, ਤੁਸੀਂ ਯਕੀਨ ਕਰਨਾ ਉਸ ਵਕਤ ਉਹਨਾਂ ਨੇ ਰਿਪੋਰਟਾਂ ਦੇਖਣ ਤੋਂ ਬਗੈਰ ਜਦੋਂ ਕਾਗਜ਼ ਤੇ ਪੜ੍ਹਿਆ ਉੱਪਰ ਉਸੇ ਟਾਈਮ ਹੀ ਮੇਰੇ ਸਾਰੇ ਰਿਪੋਰਟਾਂ ਨੇ ਚੱਕ ਕੇ ਬਾਹਰ ਸੁੱਟ ਦਿੱਤੀਆਂ ਉੱਥੇ। ਜਿੱਥੇ ਮੈਂ ਗਿਆ ਸੀ ਉੱਥੇ ਹੀ ਟੈਸਟ ਕਰਾ ਕੇ ਆਏ। ਉਹ ਦਿਨ ਸਰ ਯਾਦ ਰਹੇਗਾ ਮੈਨੂੰ। ਪੰਚਕੂਲਾ ਦੇ ਵਿੱਚ ਬਹੁਤ ਵੱਡਾ ਬਿਜ਼ਨਸ ਹੈ ਮੇਰਾ, ਮਗਰ ਮੈਨੂੰ ਪਤਾ ਹੈ ਕਿ ਮੇਰੀ ਵਾਈਫ ਹੈ। 3.5 ਸਾਲ ਤੋਂ ਮੇਰਾ ਸਾਰਾ ਬਿਜ਼ਨਸ ਸਫਰ, ਕਿਉਂਕਿ ਮੈਂ ਇਹਨਾਂ ਦੀ ਹੱਥੀਂ ਸੇਵਾ ਕੀਤੀ ਹੋਈ ਹੈ। ਮੈਂ ਕੋਈ ਵੇਟ ਨਹੀਂ ਰੱਖੀ ਹੋਈ ਸੀ, ਦਿਨ ਰਾਤ ਇਹਨਾਂ ਦੇ ਕੋਲ ਹੀ ਰਹਿੰਦਾ ਹੁੰਦਾ ਸੀ। ਉਸ ਤੋਂ ਬਾਅਦ ਜਦੋਂ ਉਹ ਵਾਲਾ ਸੀਨ ਮੇਰੇ ਨਾਲ ਹੋਇਆ, ਮੈਂ ਦੁਬਾਰਾ ਐਂਬੂਲੈਂਸ ਦੇ ਵਿੱਚ, ਜਿੱਥੇ ਉਹਨਾਂ ਨੇ ਕਿਹਾ 44 ਦੇ ਵਿੱਚ, ਉਹਨਾਂ ਕੋਲ ਦੁਬਾਰਾ ਗਿਆ। ਉੱਥੇ 20,000 ਰੁਪਏ ਲਿਆ ਉਹਨਾਂ ਨੇ ਮੇਰੇ ਕੋਲੋਂ। ਮੈਂ ਫਿਰ 40 ਦੇ ਵਿੱਚ ਗਿਆ। 13 ਦਿਨ ਬਾਅਦ ਜਦੋਂ ਮੈਂ ਡਾਕਟਰ ਮਾਨ ਸਾਹਿਬ ਨੂੰ ਪੁੱਛਿਆ ਵੀ ਸਰ ਕੋਈ ਰਿਜ਼ਲਟ ਤਾਂ ਮੈਨੂੰ ਆ ਨਹੀਂ ਦੇ, ਮੈਂ ਹੁਣ ਕਰਾਂ ਕੀ ਇਹਦਾ, ਉਹਨਾਂ ਨੇ ਕਿਹਾ ਜੀ ਅਜੇ ਤਾਂ ਰਿਸਰਚ ਹੋ ਰਹੀ ਹੈ ਇਹਦੇ ਉੱਤੇ। ਔਰ ਰੋਜ਼ ਦੇ ਘੱਟ ਤੋਂ ਘੱਟ ਨਹੀਂ ਹੈ 12 ਸੈਂਪਲ ਲੈ ਕੇ ਜਾ ਰਹੇ ਸੀ ਇਹਨਾਂ ਦੇ, ਪਿੱਠ ਦੇ ਵਿੱਚੋਂ ਵੀ ਸੈਂਪਲ ਲੈ ਕੇ ਜਾ ਰਹੇ ਸੀ ਇਹਨਾਂ ਦਾ। ਬੰਗਲੌਰ ਭੇਜ ਰਹੇ ਆ ਜੀ, ਕਿੱਥੇ ਵੀ ਭੇਜ ਰਹੇ ਆ, ਸਾਡੇ ਕੋਲ ਰਸੀਦਾਂ ਪਈਆਂ ਸਾਰੀਆਂ। ਉਹਦੇ ਬਾਵਜੂਦ ਝਗੜਾ ਕਰਕੇ ਮੈਂ ਆਪਣੀ ਵਾਈਫ ਨੂੰ ਉੱਥੋਂ ਦੀ ਵਾਪਸ ਲਿਆ ਕਿ ਮੈਂ ਹੁਣ ਇਲਾਜ ਨਹੀਂ ਕਰਾਉਣਾ। ਉਸ ਤੋਂ ਬਾਅਦ ਸਾਡਾ ਇੱਕ ਬਹੁਤ ਵਧੀਆ ਹਸਪੀਟਲ ਹੈਗਾ, ਜਿਹੜੀ ਮੇਰੀ ਲਾਸਟ ਮੂਵਮੈਂਟ ਸੀ। 5 ਪ੍ਰਾਈਵੇਟ ਹਸਪੀਟਲ ਜਦੋਂ ਮੈਂ ਗਿਆ, ਉਸ ਤੋਂ ਬਾਅਦ ਮੈਂ ਥੱਕ ਗਿਆ ਬਿਲਕੁਲ। ਪਾਰਸ ਹਸਪੀਟਲ ਵਿੱਚ ਅਸੀਂ ਗਏ ਹਾਂ, ਉੱਥੇ ਮੈਂ ਹੁਣੇ ਇੰਜੈਕਸ਼ਨ ਮੰਗਾਇਆ, ਉਹਦਾ MRP ਸੀ 43,500। ਬਹੁਤ ਲੋਕਾਂ ਤੋਂ ਮੈਂ ਸਿਫਾਰਿਸ਼ ਪਵਾਈ। ਉਸ ਤੋਂ ਬਾਅਦ ਮੈਨੂੰ ਉਹ ਵਾਲਾ ਇੰਜੈਕਸ਼ਨ ਕੁਮਾਰ ਜੀ ਹੈਗੇ ਸੈਕਟਰ 11 ਦੇ ਵਿੱਚ, ਔਰ ਮੈਂ ਬਹੁਤ ਥੈਂਕਸ ਕਰਾਂਗਾ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ। ਉਹ ਇੰਜੈਕਸ਼ਨ ਮੈਨੂੰ ਉੱਥੋਂ ਦੀ 13,500 ਰੁਪਏ ਦਾ ਮਿਲਦਾ ਸੀ, ਜਿਹਦੀ MRP 43,500 ਰੁਪਏ ਹੈ।
और इंजैक्शन भी मैं रखा है, उसकी कॉपी भी रखी है अपने कोल। इन्होंने एक इंजैक्शन लगाना सी मगर करते 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 11 इंजैक्शन लगे ने इन्होंने, असर फिर उवें दा उवें। एक दिन मैं थक गया बिल्कुल भी आज तो बाद ना मैं किसी हॉस्पिटल लेके जाना। उस परमात्मा वालों इहदा मैं वीडियो बना के अपने सारे दोस्तों को यारां को भेजी जाता सी कि तुसीं ब्लैसिंग करो शायद ये बच जाए, क्योंकि जदों दा भी इहदा विआह होया इसने कोई ऐसा कर्म नहीं किया जिहदे नाल मैनूं थोड़ा बहुता भी डाउट होए कि असीं कई बार भुल भुलेखे भी ਇਹੋ ਜਿਹੇ कर्म कर दिंदे आ कि शायद सानूं सज़ा मिल रही है इहदी। उसके बावजूद भी फिर एक दिन मेरी चारिया जी जो इन्हों की काफ़ी टीवी के उत्ते ऐड वगैरह भी आती, सारा कुछ आता इन्हों का, तो मैं इन्होंने रिक्वेस्ट भी की कि सर मैं पहले तो पैसे दस दो किन्ने है और उस तो बाद मैं इलाज कराना इन्हों का। इन्होंने मैं बड़े रीजनेबल के उत्ते उन्होंने अपने डेरा बस्सी लैके देने और मैं इन्होंने उत्थे किया। आज तुसीं देखोगे अपने आप इसनों इसकी आवाज़ भी आ गई उत्थों की और उस तो बाद हाथ पैर चलने शुरू हो गए हैं। और असीं थैंक्स करांगे आचार्य जी का और एलोपैथी का डॉक्टर वीरा बैठे ने इत्थे साडी बहुत टेलीफोन ते हेल्प की, उन्होंने बहुत ज़्यादा दिन रात 24 घंटे ने साडी हेल्प की है। जब ये हमारे पास पहुंचे थे ना, इनके हाथों की कोई मूवमेंट नहीं थी, चलने में 3-3 4-4 बंदों के सहयोग चाहिए था। अब इनके हाथ पांव चलने लग गए कुछ कुछ और आवाज में ये वाहेगुरु कुछ छोटे छोटे शब्द बोलना शुरू कर चुकी हैं जो कि बिल्कुल आवाज चली गई थी। मैं सिर्फ ये बोलना चाहूंगा, आज डॉक्टर डे है, आज डॉक्टरों को हम भगवान मानते हैं। मैं आपके सामने ये पेशेंट क्यों पेश कर रहा हूं कि कुछ भगवानों के बीच में ना कुछ डॉक्टर ऐसे भी आ जाते हैं जो पेशेंट को सिर्फ लूट का सामान समझते हैं। तो हम आयुर्वेद के माध्यम से आपसे ये बात कर रहे हैं, गंभीर पेशेंट को हम ये मैसेज देना चाहते हैं कि एक बार आप आयुर्वेद में सलाह जरूर लिया करो। हम ये नहीं बोलते कि सारे एलोपैथी डॉक्टर गलत हैं, क्योंकि हमारे साथ भी एलोपैथी डॉक्टर जुड़े हुए हैं, लेकिन जो गलत है वो गलत है। एक बार में किसी भी डॉक्टर की बातों में आके, अब इन्होंने अपना थायराइड ग्लैंड रिमूव करवाया हुआ है, एक बार की मैं बातों में आके अपने ग्लैंड अपने ऑर्गन्स रिमूव कराने की जल्दी मत किया करो, ट्रांसप्लांट कराने की जल्दी मत किया करो। अब वो 26 साल का बच्चा अगर अपनी किडनी ट्रांसप्लांट करा लेता, क्योंकि वो तो तैयार हो गया था, मम्मी तैयार हो गई थी उसकी, और इन्होंने भी अपना थायराइड ग्लैंड रिमूव करा लिया, गॉल ब्लैडर रिमूव करा लिया, यूट्रस रिमूव करा ली, लेकिन बदले में मिला क्या? व्हील चेयर। आज अब इनको एक व्यक्ति सिर्फ सहारे से बाथरूम टॉयलेट ले जाता है, जो कि इनको 3-3 लोग चाहिए होते थे और बिल्कुल बोल भी नहीं पाते थे और हाथ पैर भी नहीं हिलते थे। तो ये जस्ट आपके सामने 3-4-5 केस रख के हम सिर्फ आपके माध्यम से जनता को, देश को बताना चाहते हैं कि आयुर्वेद स्लो नहीं है। आयुर्वेद को अंग्रेजों ने दबाया और आज तक दबाते आ रहे हैं। कोरोना काल में भी ऐसे ही एलोपैथी वालों के हॉस्पिटल चलते रहे, लेकिन आयुर्वेद के हॉस्पिटल बंद कर दिए गए, जबकि लोगों ने गिलोय, हल्दी, कितनी चीजों से अपने आप को ठीक किया। तो हम सिर्फ आपके माध्यम से ये चीजें पेश कर रहे हैं कि आप लोग हमारी आवाज बनो, आयुर्वेद की आवाज बनो।